विच आवांगा। तेरी पाक है कलवल, सिर अपना निवावांगा। मैं तेरी पाक है कलवल, सिर अपना निवावांगा। तेरे फजल तेरे रहमत नाल, खुदावंदा मेरे अगे तू अपने राह नूं सीधा कर। मेरे दूत बथेरे हन तू ओ सच्चाई विच रहबर। खुदावंदा मेरे अगे तू अपने राह नूं सीधा कर। मेरे दूत बथेरे हन तू ओ सच्चाई विच रहबर। तेरे फजल तेरे रहमत नाल, ना सच है उन्हां दे मूँह विच, दिलां च झूठ वसदा है। गल्लां खुली कबर दे वांगर, मूँहों खोटा दिसदा है। ना सच है उन्हां दे मूँह विच, दिलां च झूठ वसदा है। गल्लां खुली कबर दे वांगर, मूँहों खोटा दिसदा है। तेरे फजल तेरे रहमत नाल, तेरे घर विच आवांगा। मैं तेरी पाक है कलवल, सिर अपना निवावांगा। मैं तेरी पाक है कलवल, सिर अपना निवावांगा। तेरे फजल तेरे रहमत नाल। बाप ਅਤੇ ਬੇਟੇ ਅਤੇ ਰੂਹ ਪਾਕ ਦੇ ਨਾਂ ਦੇ ਉੱਤੇ आमीन। ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਹ ਪਾਕ ਦੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਿਆਰੇ ਭਰਾਓ ਤੇ ਭੈਣੋ, ਆਓ ਅਸੀਂ ਇਹਨਾਂ ਪਵਿੱਤਰ ਭੇਦਾਂ ਨੂੰ ਯੋਗ ਢੰਗ ਦੇ ਨਾਲ ਮਨਾਉਣ ਦੇ ਲਈ ਆਪਣੇ ਸਾਰੇ ਗੁਨਾਹਾਂ ਨੂੰ, ਗਲਤੀਆਂ ਨੂੰ ਕਬੂਲ ਕਰਦੇ ਹੋਏ ਪ੍ਰਭੂ ਦੇ ਕੋਲੋਂ ਮਾਫੀ ਮੰਗੀਏ ਤੇ ਨਾਲ ਹੀ ਨਾਲ ਆਪਣੇ ਸਾਰੇ ਇਰਾਦਿਆਂ ਨੂੰ, ਜਿਨ੍ਹਾਂ ਨੇ ਵੀ ਸਾਡੇ ਤੋਂ ਪ੍ਰਾਰਥਨਾ ਦੀ ਮੰਗ ਕੀਤੀ ਹੈ, ਇਸ ਪਵਿੱਤਰ ਕੁਰਬਾਨੀ ਦੇ ਵਿੱਚ ਉਹਨਾਂ ਸਭਨਾਂ ਦੇ ਲਈ ਦੁਆ ਕਰੀਏ। इकबाल करदा पूरी कुदरत वाले खुदा ते पैना भरावां दे अगे। मैं इकबाल करदा, मैं इकबाल करदा। मैं सोचण बोलण ते करन नाल बहुत गुनाह कीते ने, अपने
ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬੜੇ ਦੋਸ਼ ਦੇ ਨਾਲ ਮੈਂ ਇਕਬਾਲ ਕਰਦਾ सदा कुंवारी मरियम ने सारे फरिश्तियां संता दे पैड़ा भरावां दे अग्गे मैं हुण बेनती करदा मैं इकबाल करदा करो दुआ सारे मिलके मैं आया तेरे द्वारे रहम करो प्रभु प्यारे मैं इकबाल करदा पूरी कुदरत वाले ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ ਕਰਕੇ ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ। ਆਮੀਨ। ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਮਸੀਹਾ ਦਇਆ ਕਰ, ਐ ਮਸੀਹਾ ਦਇਆ ਕਰ, ਐ ਪ੍ਰਭੂ ਦਇਆ ਕਰ, ਐ ਪ੍ਰਭੂ ਦਇਆ ਕਰ। ਅਸੀਂ ਪ੍ਰਾਰਥਨਾ ਕਰੀਏ। ਐ ਖੁਦਾ, ਗਲਤ ਰਾਹ ਉੱਤੇ ਭਟਕਣ ਵਾਲਿਆਂ ਨੂੰ ਤੂੰ ਆਪਣੀ ਸੱਚਾਈ ਦਾ ਚਾਨਣ ਵਿਖਾਉਂਦਾ ਹੈ ਤਾਂ ਜੋ ਉਹ ਸਹੀ ਰਾਹ ਉੱਤੇ ਮੁੜ ਆਉਣ। ਆਪਣੇ ਆਪ ਨੂੰ ਮਸੀਹ ਅਖਵਾਉਂਦੇ ਹੋਏ ਈਮਾਨ ਲਿਆਉਣ ਵਾਲੇ ਸਾਰਿਆਂ ਉੱਤੇ ਦਇਆ ਕਰ। ਉਹਨਾਂ ਨੂੰ ਇਹ ਫਜ਼ਲ ਦੇ ਕਿ ਉਹ ਉਹਨਾਂ ਸਾਰੀਆਂ ਗੱਲਾਂ ਅਤੇ ਕੰਮਾਂ ਨੂੰ ਛੱਡ ਦੇਣ ਜੋ ਮਸੀਹ ਦੇ ਨਾਂ ਦੇ ਵਿਰੁੱਧ ਹਨ ਅਤੇ ਉਹਨਾਂ ਸਾਰੀਆਂ ਚੀਜ਼ਾਂ ਦੀ ਪੈਰਵੀ ਕਰਨ ਜੋ ਉਸ ਦੇ ਨਾਂ ਨੂੰ ਸ਼ੋਭਾ ਦਿੰਦੀਆਂ ਹਨ। ਉਹੀ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਹ ਪਾਕ ਦੀ ਏਕਤਾ ਦੇ ਵਿੱਚ ਇੱਕ ਖੁਦਾ ਜਿਉਂਦਾ ਅਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। ਆਮੀਨ। ਅੱਜ ਦਾ ਪਾਠ ਯਸ਼ਾਇਆ ਨਬੀ ਦਾ ਗ੍ਰੰਥ ਉਸ ਦਾ 10 ਬਾਬ 507 ਅਤੇ 13 ਤੋਂ 16 ਤੱਕ। ਪ੍ਰਭੂ ਨੇ ਕਿਹਾ, ਅਸੂਰਾਂ ਨੂੰ ਮੈਂ ਡੰਡੇ ਦੇ ਵਾਂਗ ਉਹਨਾਂ ਲੋਕਾਂ ਨੂੰ ਸਜ਼ਾ ਦੇਣ ਲਈ ਵਰਤਾਂਗਾ ਜਿਨ੍ਹਾਂ ਨਾਲ ਮੈਂ ਗੁੱਸਾ ਹਾਂ। ਮੈਂ ਅਸੂਰੀਆਂ ਨੂੰ ਉਹਨਾਂ ਲੋਕਾਂ ਦੇ ਵਿਰੁੱਧ ਘੱਲ ਰਿਹਾ ਹਾਂ ਜਿਨ੍ਹਾਂ ਨੇ ਮੈਨੂੰ ਕ੍ਰੋਧਿਤ ਕੀਤਾ ਹੈ। ਮੈਂ ਉਹਨਾਂ ਨੂੰ ਲੁੱਟਣ, ਚੋਰੀ ਕਰਨ ਅਤੇ ਆਪਣੇ ਕ੍ਰੋਧ ਕਰਨ ਵਾਲੇ ਵਾਂਗ ਉਹਨਾਂ ਨੂੰ ਗਲੀ ਦੇ ਚਿੱਕੜ ਵਾਂਗ ਮਿੱਧਣ ਘੱਲ ਰਿਹਾ ਹਾਂ। ਪਰ ਅਸੂਰੀ ਸਮਰਾਟ ਦੇ ਆਪਣੇ ਮਨ ਵਿੱਚ ਵੀ ਬਹੁਤ ਭਿਅੰਕਰ ਵਿਤੋਹ ਹਨ। ਉਸਨੇ ਬਹੁਤ ਸਾਰੀਆਂ ਕੌਮਾਂ ਨੂੰ ਨਾਸ਼ ਕਰਨ ਦਾ ਫੈਸਲਾ ਕੀਤਾ ਹੈ। ਅਸੂਰਾਂ ਦਾ ਸਮਰਾਟ ਹੰਕਾਰ ਵਿੱਚ ਕਹਿੰਦਾ ਹੈ, ਇਹ ਸਭ ਮੇਰੇ ਹੱਥਾਂ ਦੀ ਕਰਾਮਤ ਹੈ। ਮੈਂ ਸ਼ਕਤੀਸ਼ਾਲੀ ਅਤੇ ਚਤੁਰ ਹਾਂ। ਮੈਂ ਰਾਸ਼ਟਰਾਂ ਦੀਆਂ ਹੱਦਾਂ ਖਤਮ ਕਰਕੇ ਉਹਨਾਂ ਦੇ ਸਭ ਭੰਡਾਰੇ ਖੋਹ ਲਏ। ਮੈਂ ਬਲਦਾਂ ਦੇ ਵਾਂਗ ਉੱਥੇ ਰਹਿ ਰਹੇ ਲੋਕਾਂ ਨੂੰ ਮਿੱਧਿਆ ਹੈ। ਸੰਸਾਰ ਦੀਆਂ ਕੌਮਾਂ ਪਕਸ਼ੀ ਦੇ ਆਲਣਿਆਂ ਵਾਂਗ ਸਨ ਅਤੇ ਮੈਂ ਉਹਨਾਂ ਦਾ ਤਨ ਮਾਲ ਬਿਨਾਂ ਕਿਸੇ ਕਠਿਨਾਈ ਦੇ ਇਕੱਠਾ ਕੀਤੇ ਜਾਣ ਵਾਲੇ ਆਂਡਿਆਂ ਵਾਂਗ ਇਕੱਠਾ ਕਰ ਲਿਆ ਹੈ। ਮਰੇ ਵਿਰੁੱਧ ਨਾ ਕਿਸੇ ਦਾ ਖੰਭ ਹਿੱਲਿਆ ਅਤੇ ਨਾ ਹੀ ਮੂੰਹ ਖੁੱਲ੍ਹਿਆ ਸੀ। ਪ੍ਰਭੂ ਕਹਿੰਦਾ ਹੈ ਕਿ ਕੁਹਾੜਾ ਆਪਣੇ ਵਰਤਣ ਵਾਲੇ ਨਾਲੋਂ ਵੱਡਾ ਜਾਂ ਆਰੀ ਆਪਣੇ ਚਲਾਉਣ ਵਾਲੇ ਜਾਂ ਆਪਣੇ ਚੁੱਕਣ ਵਾਲੇ ਨਾਲੋਂ ਵੱਡੀ ਹੈ। ਸਰਵਸ਼ਕਤੀਮਾਨ ਪ੍ਰਭੂ ਮੋਟੇ ਤੰਦਰੁਸਤ ਲੜਾਕੂਆਂ ਨੂੰ ਇੱਕ ਬਿਮਾਰੀ ਨਾਲ ਸਜ਼ਾ ਦੇਵੇਗਾ। ਉਹਨਾਂ ਦੇ ਸਰੀਰ ਉਸ ਦੇ ਤੇਜ ਦੀ ਅੱਗ ਨਾਲ ਲਗਾਤਾਰ ਬਲਣਗੇ। ਤਦ ਇਸਰਾਇਲ ਦਾ ਚਾਨਣ ਪਰਮੇਸ਼ਵਰ
ਅੱਗ ਬਣ ਜਾਵੇਗਾ ਅਤੇ ਇਸਰਾਇਲ ਦਾ ਪਵਿੱਤਰ ਪੁਰਖ ਅੱਗ ਦਾ ਭਾਂਡਾ ਬਣ ਜਾਵੇਗਾ। ਅਤੇ ਉਹ ਇੱਕ ਦਿਨ ਸਭ ਕੁਝ ਇੱਥੋਂ ਤੱਕ ਕਿ ਕੰਡਲੀਆਂ ਝਾੜੀਆਂ ਤੱਕ ਭਸਮ ਕਰ ਦੇਵੇਗਾ। ਸੁੰਦਰ ਜੰਗਲ ਅਤੇ ਉਪਜਾਊ ਧਰਤੀ ਉਸ ਤਰ੍ਹਾਂ ਬਿਲਕੁਲ ਨਾਸ਼ ਹੋ ਜਾਣਗੇ ਜਿਸ ਤਰ੍ਹਾਂ ਭਿਅੰਕਰ ਰੋਗ ਮਨੁੱਖ ਨੂੰ ਨਾਸ਼ ਕਰ ਦਿੰਦਾ ਹੈ। ਤਦ ਬਹੁਤ ਥੋੜ੍ਹੇ ਜਿਹੇ ਰੁੱਖ ਪਿੱਛੇ ਬਚਣਗੇ ਕਿ ਇੱਕ ਬੱਚਾ ਵੀ ਉਹਨਾਂ ਨੂੰ ਗਿਣ ਸਕੇ। ਇਹ ਪ੍ਰਭੂ ਦੀ ਬਾਣੀ ਹੈ। ਖੁਦਾ ਦਾ ਧੰਨਵਾਦ ਹੋਵੇ। तू मेरी पनाह है, सो तू है मेरी जान। या रब तू मेरी पनाह है, सो तू है मेरी जान। खुदावंद दे विच रहती है, ओ तेरा है खुदावंद दे विच रहंदी है, ओ तेरा है मकान। सो तेरे उते कदी भी ना आफत आवेगी। सो तेरे उते कदी भी ना आफत आवेगी। तपाली तेरे तेरे विच ना कद जावेगी। पानी तेरे डेरे विच ना कद जावेगी। या रब तू मेरी पनाह है, सो तू है मेरी जान। रब तेरे वास्ते करेगा फरिश्तियां नू फरमान। रब तेरे वास्ते करेगा फरिश्तियां नू फरमान। यो सब तेरी राहां विच होण, तेरे सब तेरी राहां विच होण, तेरे निगाहां। या रब तू मेरी पनाह है, सो तू है मेरी जान। Hallelujah, 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 hallelujah। कर कर जाओ अंजील सुनाओ, कौमां दे विच ओदा नाम फैलाओ। कर कर जाओ अंजील सुनाओ, कौमां दे विच ओदा नाम फैलाओ। हालेलुया, 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 हालेलुया।
ਪ੍ਰਭੂ ਤੁਹਾਡੇ ਨਾਲ ਹੋਵੇ। ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਸੰਤ ਮਤੀ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਐ ਪ੍ਰਭੂ। ਉਸ ਸਮੇਂ ਯਿਸੂ ਨੇ ਐਲਾਨ ਕੀਤਾ, ਐ ਬਾਪ, ਸਵਰਗ ਅਤੇ ਧਰਤੀ ਦੇ ਪ੍ਰਭੂ, ਮੈਂ ਤੇਰਾ ਧੰਨਵਾਦ ਕਰਦਾ ਹਾਂ ਕਿ ਤੂੰ ਇਹਨਾਂ ਗੱਲਾਂ ਨੂੰ ਬੁੱਧੀਮਾਨਾਂ ਤੇ ਸਮਝਦਾਰਾਂ ਤੋਂ ਲੁਕਾ ਕੇ ਰੱਖਿਆ ਅਤੇ ਉਹਨਾਂ ਨੂੰ ਨਿਮਾਣਿਆਂ ਅਤੇ ਨਿਆਣਿਆਂ ਤੇ ਪ੍ਰਗਟ ਕੀਤਾ ਹੈ। ਹਾਂ ਬਾਪ, ਇਹ ਤੇਰੀ ਪਵਿੱਤਰ ਮਰਜ਼ੀ ਸੀ। ਸਭ ਕੁਝ ਮੇਰੇ ਬਾਪ ਵੱਲੋਂ ਮੈਨੂੰ ਸੌਂਪਿਆ ਗਿਆ ਹੈ। ਬਾਪ ਦੇ ਸਿਵਾਏ ਕੋਈ ਵੀ ਪੁੱਤਰ ਨੂੰ ਨਹੀਂ ਜਾਣਦਾ ਅਤੇ ਨਾ ਹੀ ਕੋਈ ਬਾਪ ਨੂੰ ਜਾਣਦਾ ਹੈ ਸਿਵਾਏ ਪੁੱਤਰ ਦੇ, ਅਤੇ ਉਹ ਜਿਸ ਉੱਤੇ ਪੁੱਤਰ ਉਸ ਨੂੰ ਪ੍ਰਗਟ ਕਰਨ ਦੀ ਮਿਹਰ ਕਰਦਾ ਹੈ। ਪ੍ਰਭੂ ਦੀ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਮਸੀਹ ਵਿੱਚ ਪਿਆਰੇ ਭਰਾਓ ਤੇ ਭੈਣੋ, ਆਓ ਅਸੀਂ ਅੱਜ ਪ੍ਰਭੂ ਦੇ ਵਚਨ ਦੇ ਉੱਤੇ ਧਿਆਨ ਕਰੀਏ। ਅੱਜ ਦੀ ਅੰਜੀਲ ਦੇ ਵਿੱਚ ਪ੍ਰਭੂ ਯਿਸੂ ਮਸੀਹ ਸਵਰਗੀ ਬਾਪ ਦੀ ਸ਼ੁਕਰਗੁਜ਼ਾਰੀ ਕਰਦਾ ਹੋਇਆ ਸਵਰਗੀ ਬਾਪ ਦੇ ਅੱਗੇ ਧੰਨਵਾਦ ਭਰੀ ਪ੍ਰਾਰਥਨਾ ਕਰਦਾ ਹੋਇਆ ਕਹਿੰਦਾ ਹੈ ਕਿ ਹੈ ਬਾਪ, ਤੂੰ ਸਭ ਗੱਲਾਂ ਨੂੰ ਬੁੱਧੀਮਾਨਾਂ ਤੇ ਸਮਝਦਾਰਾਂ ਤੋਂ ਲੁਕਾ ਕੇ ਰੱਖਿਆ ਤੇ ਉਸ ਦੀ ਜਗ੍ਹਾ ਨਿਆਣਿਆਂ ਨੂੰ ਚੁਣ ਲਿਆ ਹੈ। ਤੂੰ ਇਹ ਗੱਲਾਂ ਨੂੰ ਨਿਆਣਿਆਂ ਦੇ ਉੱਤੇ ਪ੍ਰਗਟ ਕੀਤਾ ਹੈ। ਪਿਆਰੇ, ਜਦੋਂ ਤੁਸੀਂ ਪਵਿੱਤਰ ਬਾਈਬਲ ਨੂੰ ਪੜ੍ਹੋ ਸ਼ੁਰੂ ਤੋਂ ਲੈ ਕੇ ਅੰਤ ਤੱਕ, ਤੇ ਅਸੀਂ ਦੇਖਦੇ ਹਾਂ ਕਿ ਜ਼ਿਆਦਾਤਰ ਖੁਦਾ ਨੇ ਆਪਣੀ ਸੇਵਾ ਦੇ ਲਈ ਨਿਆਣਿਆਂ ਨੂੰ, ਬੇਸਮਝਾਂ ਨੂੰ ਅਤੇ ਜਿਨ੍ਹਾਂ ਦਾ ਸਮਾਜ ਦੇ ਵਿੱਚ ਕੋਈ ਜ਼ਿਆਦਾ ਵੱਡਾ ਰੁਤਬਾ ਨਹੀਂ ਸੀ, ਉਹਨਾਂ ਨੂੰ ਸੇਵਾ ਦੇ ਲਈ ਚੁਣਿਆ ਹੈ। ਜਦੋਂ ਅਸੀਂ ਸੈਮੂਅਲ ਦੀ ਪਹਿਲੀ ਪੁਸਤਕ ਉਸ ਦਾ 16ਵਾਂ ਅਧਿਆਇ ਅਤੇ ਉਸ ਦੀ 11ਵੀਂ ਆਇਤ ਦੇ ਵਿੱਚ ਪੜ੍ਹਦੇ ਹਾਂ ਕਿ ਜਦੋਂ ਸੈਮੂਅਲ ਇਸਰਾਇਲ ਦੇ ਲਈ ਰਾਜੇ ਦੀ ਚੋਣ ਕਰਨ ਦੇ ਲਈ ਗਿਆ ਤਾਂ ਕਿਸ ਤਰ੍ਹਾਂ ਖੁਦਾ ਨੇ ਇੱਕ ਛੋਟੇ ਬੱਚੇ ਨੂੰ ਚੁਣ ਲਿਆ। ਅਸੀਂ ਸੁਣਾਂਗੇ, ਵਚਨ ਦੇ ਵਿੱਚ ਲਿਖਿਆ ਹੈ, ਜਦੋਂ ਉਸ ਦੇ ਬਾਪ ਜੱਸੀ ਨੂੰ ਪੁੱਛਿਆ ਗਿਆ ਕਿ ਤੁਹਾਡਾ ਹੋਰ ਵੀ ਕੋਈ ਬੇਟਾ ਹੈ, ਤਾਂ ਜੱਸੀ ਨੇ ਕੀ ਜਵਾਬ ਦਿੱਤਾ ਸੀ? ਹਾਂ, ਇੱਕ ਸਭ ਤੋਂ ਛੋਟਾ ਹੈ, ਪਰ ਉਹ ਭੇਡਾਂ ਦੀ ਰਖਵਾਲੀ ਕਰ ਰਿਹਾ ਹੈ। ਦੇਖੋ, ਇੱਥੇ ਦਾਊਦ ਦੀ ਚੋਣ ਦੀ ਗੱਲ ਹੋਈ ਹੈ। ਦਾਊਦ ਬਾਦਸ਼ਾਹ ਬਣਨ ਤੋਂ ਪਹਿਲਾਂ ਇੱਕ ਭੇਡਾਂ ਦਾ ਅਯਾਲੀ ਸੀ, ਆਪਣੇ ਭਰਾਵਾਂ ਦੇ ਵਿੱਚੋਂ ਸਭ ਤੋਂ ਛੋਟਾ ਸੀ। ਦੇਖੋ, ਖੁਦਾ ਨੇ ਉਸ ਨੂੰ ਚੁਣ ਲਿਆ, ਉਸ ਨੂੰ ਗਿਆਨ ਅਤੇ ਬੁੱਧ ਨਾਲ ਭਰਪੂਰ ਕੀਤਾ, ਇਸਰਾਇਲ ਦਾ ਰਾਜਾ ਹੋਣ ਦਾ ਮਾਣ ਦਿੱਤਾ। ਤੇ ਪਿਆਰਿਓ, ਜਦੋਂ ਅਸੀਂ ਯਿਰਮੀਆ ਦੀ ਪੁਸਤਕ ਉਸ ਦਾ ਪਹਿਲਾ ਅਧਿਆਇ ਉਸ ਦੀ 6 ਆਇਤ ਨੂੰ ਪੜ੍ਹੀਏ ਤੇ ਉੱਥੇ ਵੀ ਅਸੀਂ ਦੇਖਦੇ ਹਾਂ ਕਿ ਖੁਦਾ ਨੇ ਯਿਰਮੀਆ ਦੀ ਜਦੋਂ ਚੋਣ ਕੀਤੀ ਤਾਂ ਯਿਰਮੀਆ ਉਸ ਚੋਣ ਦੇ ਵੇਲੇ ਕੀ ਗੱਲਾਂ ਕਹਿੰਦਾ ਹੈ ਖੁਦਾ ਨੂੰ, ਅਸੀਂ ਸੁਣਾਂਗੇ। ਵਚਨ ਦੇ ਵਿੱਚ ਲਿਖਿਆ ਹੈ, ਪ੍ਰਭੂ ਪਰਮੇਸ਼ਵਰ, ਮੈਂ ਤਾਂ ਅਜੇ ਇੱਕ ਬਾਲਕ ਹਾਂ ਅਤੇ ਇਸ ਲਈ ਮੈਂ ਬੋਲਣਾ ਵੀ ਨਹੀਂ ਜਾਣਦਾ। ਪਿਆਰਿਓ, ਇਹ ਪ੍ਰਭੂ ਹੈ ਜੋ ਨਿਮਾਣਿਆਂ ਦੀ ਚੋਣ ਕਰਦਾ ਹੈ। ਹੁਣ ਜਦੋਂ ਅਸੀਂ ਨਵੇਂ ਨੇਮ ਦੇ ਵਿੱਚ ਆ ਜਾਈਏ ਤੇ ਉੱਥੇ ਵੀ ਅਸੀਂ ਦੇਖਦੇ ਹਾਂ ਕਿ ਖੁਦਾ ਨੇ ਆਪਣੇ ਜੋ ਚੇਲੇ ਸੀ, ਪ੍ਰਭੂ ਯਿਸੂ ਨੇ ਆਪਣੇ ਚੇਲਿਆਂ ਦੀ ਚੋਣ ਕੋਈ ਵੱਡੇ ਬੁੱਧੀਮਾਨਾਂ, ਗਿਆਨੀਆਂ, ਧਿਆਨੀਆਂ ਦੀ ਨਹੀਂ ਕੀਤੀ। ਅਸੀਂ ਵਚਨ ਦੇ ਵਿੱਚ ਪੜ੍ਹਦੇ ਹਾਂ, ਮਤੀ ਦੀ ਅੰਜੀਲ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਖੁਦਾ ਨੇ ਆਪਣੇ ਜੋ ਚੇਲੇ ਸੀ ਉਹਨਾਂ ਦੀ ਚੋਣ ਕੀਤੀ ਜੋ ਮੱਛੀਆਂ ਫੜਨ ਵਾਲੇ ਸੀ, ਸਧਾਰਨ ਲੋਕ ਸੀ। ਖੁਦਾ ਨੇ ਉਹਨਾਂ ਨੂੰ ਸੇਵਾ ਦੇ ਲਈ ਚੁਣ ਲਿਆ। ਪਿਆਰਿਓ, ਕੁਝ ਸਾਲ ਪਹਿਲਾਂ ਦੀ ਗੱਲ ਹੈ, ਮੈਂ ਇੱਕ ਸਿਸਟਰ ਜੀ ਦੇ ਸਿਸਟਰ ਬਣਨ ਦੇ ਉਸ ਰਸਮ ਦੇ ਵਿੱਚ ਹਿੱਸਾ ਲੈਣ ਦੇ ਲਈ ਗਿਆ ਤੇ ਉੱਥੇ ਉਹਨਾਂ ਨੇ ਮੈਨੂੰ ਇੱਕ ਮੋਮੈਂਟੋ ਦਿੱਤਾ ਜਿੱਥੇ ਸਿਸਟਰ ਜੀ ਦੀ ਫੋਟੋ ਸੀ ਤੇ ਥੱਲੇ ਇੱਕ ਲਾਈਨ ਲਿਖੀ ਹੋਈ ਸੀ। ਤੇ ਉਹ ਲਾਈਨ ਕੀ ਸੀ? ਉਹਦੇ ਵਿੱਚ ਲਿਖਿਆ ਸੀ ਕਿ ਖੁਦਾ ਬੁੱਧੀਮਾਨਾਂ ਨੂੰ ਨਹੀਂ ਚੁਣਦਾ ਹੈ, ਖੁਦਾ ਨਿਮਾਣਿਆਂ ਨੂੰ ਚੁਣ ਕੇ ਉਹਨਾਂ ਨੂੰ ਬੁੱਧੀਮਾਨ ਬਣਾ ਦਿੰਦਾ ਹੈ। ਇੰਗਲਿਸ਼ ਦੇ ਵਿੱਚ ਇਸ ਤਰ੍ਹਾਂ ਲਿਖਿਆ ਸੀ, God
does not call the qualified, but he qualifies the called. ਕਿ ਜਿਨ੍ਹਾਂ ਨੂੰ ਉਹ ਚੁਣ ਲੈਂਦਾ ਹੈ ਉਹ ਉਹਨਾਂ ਨੂੰ ਹੀ ਬੁੱਧੀਮਾਨ ਬਣਾ ਦਿੰਦਾ ਹੈ, ਉਹਨਾਂ ਨੂੰ ਸਿਆਣੇ ਬਣਾ ਦਿੰਦਾ ਹੈ। ਤੇ ਸੰਤ ਪੌਲੁਸ ਆਪਣੇ ਖੱਤ ਦੇ ਵਿੱਚ ਕੁਰਿੰਥੀਅਸ ਦੀ ਵਿਸ਼ਵਾਸ ਸੰਗਤ ਨੂੰ ਪਹਿਲਾ ਪੱਤਰ ਉਸ ਦਾ ਪਹਿਲਾ ਅਧਿਆਇ ਉਹਦੀ 26 ਅਤੇ 27 ਐਤ ਨੂੰ ਸਾਰਿਆਂ ਦੇ ਲਈ ਮੈਂ ਪੜਾਂਗਾ, ਧਿਆਨ ਦੇ ਨਾਲ ਸੁਣਨਾ। ਲਿਖਿਆ ਹੈ, ਭਰਾਓ ਆਪਣੇ ਬੁਢਾਪੇ ਵੱਲ ਧਿਆਨ ਦਿਓ, ਤੁਹਾਡੇ ਵਿੱਚੋਂ ਬਹੁਤੇ ਦੁਨੀਆ ਦੀਆਂ ਨਜ਼ਰਾਂ ਵਿੱਚ ਸਿਆਣੇ ਨਹੀਂ ਸਨ, ਨਾ ਹੀ ਬਹੁਤੇ ਤਾਕਤਵਰ ਸਨ ਤੇ ਨਾ ਹੀ ਬਹੁਤੇ ਮੀਰਜ਼ਾਦੇ ਸਨ। 27 ਆਇਤ ਦੇ ਵਿੱਚ ਲਿਖਿਆ ਹੈ, ਪਰ ਖੁਦਾ ਨੇ ਜੋ ਸੰਸਾਰ ਵਿੱਚ ਮੂਰਖਤਾ ਹੈ ਉਸ ਨੂੰ ਚੁਣ ਲਿਆ, ਭਾਈ ਬੁੱਧੀਮਾਨਾਂ ਨੂੰ ਸ਼ਰਮਿੰਦਾ ਕਰੇ। ਖੁਦਾ ਨੇ ਜੋ ਸੰਸਾਰ ਵਿੱਚ ਮਾੜੇ ਹਨ ਉਹਨਾਂ ਨੂੰ ਚੁਣ ਲਿਆ ਕਿ ਉਹ ਤਾਕਤਵਰਾਂ ਨੂੰ ਸ਼ਰਮਿੰਦਾ ਕਰਨ। ਦੇਖੋ ਕਿੰਨੇ ਸੋਹਣੇ ਵਚਨ ਹਨ, ਕਿੰਨੇ ਸੋਹਣੇ ਵਚਨ ਹਨ ਪਿਆਰੇ ਭਰਾਓ ਤੇ ਭੈਣੋ। ਤੇ ਅੱਜ ਦੀ ਅੰਜੀਲ ਦੇ ਵਿੱਚ ਜੋ ਅਸੀਂ ਸੁਣਿਆ ਹੈ, ਪ੍ਰਭੂ ਯਿਸੂ ਮਸੀਹ ਵੀ ਇਹੋ ਹੀ ਗੱਲ ਦੇ ਉੱਤੇ ਜ਼ੋਰ ਦਿੰਦੇ ਹਨ। ਸਵਰਗੀ ਬਾਪ ਦਾ ਧੰਨਵਾਦ ਕਰਦੇ ਹਨ ਕਿ ਹੇ ਬਾਪ, ਤੂੰ ਇਹ ਜੋ ਸਚਾਈ ਦੀਆਂ ਗੱਲਾਂ ਨੇ, ਜੋ ਮਹਾਨ ਭੇਦ ਨੇ, ਉਹਨਾਂ ਨੂੰ ਤੂੰ ਗਿਆਨੀਆਂ ਧਿਆਨੀਆਂ ਤੋਂ ਦੂਰ ਰੱਖਿਆ ਹੈ ਤੇ ਨਿਆਣਿਆਂ ਨੂੰ ਚੁਣ ਲਿਆ ਹੈ। ਹਾਂ ਪਿਆਰਿਓ, ਜੇਕਰ ਅਸੀਂ ਆਪਣੇ ਜੀਵਨ ਵੱਲ ਵੀ ਧਿਆਨ ਦੇਈਏ ਤੇ ਖੁਦਾ ਨੇ ਸਾਨੂੰ ਵੀ ਚੁਣਿਆ ਹੈ। ਅਸੀਂ ਵੀ ਕੋਈ ਮੀਰਜ਼ਾਦੇ ਨਹੀਂ ਹਾਂ, ਅਸੀਂ ਵੀ ਕੋਈ ਵੱਡੇ ਵੱਡੇ ਘਰਾਣਿਆਂ ਦੇ ਵਿੱਚੋਂ ਨਹੀਂ ਹਾਂ। ਖੁਦਾ ਨੇ ਸਾਨੂੰ ਸਧਾਰਨ ਲੋਕਾਂ ਨੂੰ ਆਪਣੇ ਧੀਆਂ ਪੁੱਤਰ ਹੋਣ ਦੇ ਲਈ ਚੁਣਿਆ ਹੈ। ਹੁਣ ਚੋਣ ਦਾ ਮਤਲਬ ਕੀ ਹੈ? ਚੋਣ ਦਾ ਮਤਲਬ ਹੈ ਜੋ ਖੁਦਾ ਦੀ ਆਵਾਜ਼ ਹੈ ਉਸ ਨੂੰ ਦੂਜੇ ਲੋਕਾਂ ਤੱਕ ਪਹੁੰਚਾਉਣਾ। ਹੁਣ ਜੇਕਰ ਸਾਡੇ ਘਰ ਦੇ ਵਿੱਚ ਖੁਦਾ ਨੇ ਸਾਨੂੰ ਮਾਂ-ਬਾਪ ਹੋਣ ਦੇ ਲਈ ਚੁਣਿਆ ਹੈ ਤਾਂ ਇਹ ਸਾਡੀ ਜ਼ਿੰਮੇਵਾਰੀ ਹੈ, ਮਾਪਿਆਂ ਦੀ ਜ਼ਿੰਮੇਵਾਰੀ ਹੈ ਕਿ ਅਸੀਂ ਖੁਦਾ ਦੇ ਵਚਨ ਨੂੰ ਪਹਿਲਾਂ ਖੁਦ ਜਾਣੀਏ ਅਤੇ ਉਸ ਵਚਨ ਨੂੰ ਆਪਣੇ ਬੱਚਿਆਂ ਨੂੰ ਵੀ ਦੇਈਏ। ਤੇ ਨਾਲ ਹੀ ਨਾਲ ਸਾਡੀ ਇਹ ਜ਼ਿੰਮੇਵਾਰੀ ਹੈ ਕਿ ਖੁਦਾ ਨੇ ਜੇਕਰ ਸਾਨੂੰ ਪਤੀ ਪਤਨੀ ਹੋਣ ਦੇ ਲਈ ਚੁਣਿਆ ਹੈ ਤੇ ਅਸੀਂ ਦੂਜਿਆਂ ਸਾਹਮਣੇ ਆਪਣੇ ਜੀਵਨ ਦੇ ਰਾਹੀਂ ਗਵਾਹੀ ਦਈਏ। ਤੇ ਜੇਕਰ ਖੁਦਾ ਨੇ ਜਿਸ ਤਰ੍ਹਾਂ ਮੈਨੂੰ ਖਾਦਮ ਹੋਣ ਦੇ ਲਈ ਚੁਣਿਆ ਹੈ ਜਾਂ ਤੁਹਾਡੇ ਵਿੱਚੋਂ ਬਹੁਤ ਸਾਰਿਆਂ ਨੂੰ ਸੇਵਾ ਦੇ ਲਈ ਅੱਗੇ ਬੁਲਾਇਆ ਹੈ, ਮੁਨਾਦ ਹੋਣ ਦੇ ਲਈ, ਸਿਸਟਰ ਹੋਣ ਦੇ ਲਈ, ਤਾਂ ਇਹ ਸਾਡੀ ਜ਼ਿੰਮੇਵਾਰੀ ਹੈ ਕਿ ਅਸੀਂ ਪ੍ਰਭੂ ਯਿਸੂ ਦੀ ਆਵਾਜ਼ ਨੂੰ, ਪ੍ਰਭੂ ਯਿਸੂ ਦੇ ਸੰਦੇਸ਼ ਨੂੰ ਆਮ ਲੋਕਾਂ ਤੱਕ ਲੈ ਕੇ ਜਾਈਏ। ਆਓ ਅੱਜ ਅਸੀਂ ਇਸ ਪਵਿੱਤਰ ਕੁਰਬਾਨੀ ਦੇ ਵਿੱਚ ਇਹੋ ਹੀ ਪ੍ਰਾਰਥਨਾ ਕਰੀਏ ਕਿ ਪ੍ਰਭੂ ਅਸੀਂ ਤੇਰੀ ਸ਼ੁਕਰਗੁਜ਼ਾਰੀ ਕਰਦੇ ਹਾਂ ਕਿ ਤੂੰ ਸਾਨੂੰ ਆਪਣੇ ਧੀਆਂ ਪੁੱਤਰ ਹੋਣ ਦੇ ਲਈ, ਮਸੀਹ ਹੋਣ ਦੇ ਲਈ ਸਾਨੂੰ ਚੁਣਿਆ ਹੈ, ਸਾਨੂੰ ਤੂੰ ਆਪਣੀ ਕੌਮ ਬਣਾਇਆ ਹੈ। ਅੱਜ ਸਾਡੀ ਇਹੋ ਦੁਆ ਹੋਵੇ। ਤੇ ਨਾਲ ਹੀ ਨਾਲ ਅੱਜ ਦੀ ਪਵਿੱਤਰ ਕੁਰਬਾਨੀ ਦੇ ਵਿੱਚ ਅਸੀਂ ਖਾਸ ਕਰਕੇ ਜੋ ਲੋਕ ਚੁਣੇ ਗਏ ਹਨ, ਜਿੰਨੇ ਵੀ ਸਾਡੀ ਡਾਇਸਿਸ ਦੇ ਫਾਦਰ ਸਾਹਿਬਾਨ ਹਨ ਤੇ ਖਾਸ ਕਰਕੇ ਸਾਡੀ ਡਾਇਸਿਸ ਦੇ ਬਿਸ਼ਪ ਸਾਹਿਬਾਨਾਂ ਦੇ ਲਈ, ਮੁਨਾਦਾਂ ਦੇ ਲਈ, ਸਿਸਟਰਾਂ ਦੇ ਲਈ ਅਤੇ ਜੋ ਸੈਮਨਰੀ ਦੇ ਵਿੱਚ ਜਾਂ ਕਨਵੈਂਟ ਦੇ ਵਿੱਚ ਟ੍ਰੇਨਿੰਗ ਹਾਸਲ ਕਰ ਰਹੇ ਨੇ, ਉਹਨਾਂ ਸਭਨਾਂ ਦੇ ਲਈ ਅੱਜ ਦੁਆ ਕਰੀਏ ਕਿ ਪ੍ਰਭੂ ਸਭ ਨੂੰ ਬੁਲਾਹਟ ਵਿੱਚ ਮਜ਼ਬੂਤ ਰਹਿਣ ਦਾ ਫਜ਼ਲ ਬਖਸ਼ੇ ਅਤੇ ਉਹਨਾਂ ਨੂੰ ਹੋਰ ਜ਼ਿਆਦਾ ਗਿਆਨ ਅਤੇ ਬੁੱਧ ਦੇ ਨਾਲ ਭਰਪੂਰ ਕਰੇ। ਨਜ਼ਰਾਂ ਤੈਨੂੰ ਚੜਾਵਾਂ ਮੈਂ, ਗੀਤ ਤੇਰੇ ਨਾਲ ਸ਼ਾਫੀ
सूली वाले शाफी नजरा तेनू चढ़ावा मैनू दे दे गुनाह दी माफी आखण तेनू जगदा शाफी मैनू दे दे गुनाह दी माफी आखण तेनू जगदा शाफी दुख सहले मैं ते कीते एवें ना रोई जावां इस सहने मैं ते काफी कीते एवें ना रोई जावां यीशु सूली वाले शाफी नजरा तेनू चढ़ावा गीत तेरे नाद शाफी लोकां नू सुनावा लोकां नू सुनावा ਪਿਆਰੇ ਭਰਾਓ ਤੇ ਭੈਣੋ, ਪ੍ਰਾਰਥਨਾ ਕਰੋ ਕਿ ਮੇਰੀ ਅਤੇ ਤੁਹਾਡੀ ਇਹ ਕੁਰਬਾਨੀ ਪੂਰੀ ਕੁਦਰਤ ਵਾਲੇ ਖੁਦਾ ਬਾਪ ਨੂੰ ਕਬੂਲ ਹੋਵੇ। ਰੱਬ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਅਤੇ ਵਡਿਆਈ ਲਈ ਸਾਡੇ ਅਤੇ ਸਾਰੀ ਪਾਕ ਕਲੀਸਿਆ ਦੇ ਭਲੇ ਲਈ ਕਬੂਲ ਕਰੇ। ਐ ਪ੍ਰਭੂ, ਇਨ੍ਹਾਂ ਤੋਹਫਿਆਂ ਨੂੰ ਵੇਖ ਜੋ ਤੇਰੀ ਕਲੀਸਿਆ ਪ੍ਰਾਰਥਨਾ ਕਰਦੀ ਹੋਈ ਤੈਨੂੰ ਚੜਾਉਂਦੀ ਹੈ, ਆਪਣੇ ਸਾਰੇ ਇਮਾਨਦਾਰਾਂ ਨੂੰ ਪਾਕ ਕਰਨ ਲਈ ਇਸ ਚੜਾਵੇ ਨੂੰ ਰੂਹਾਨੀ ਭੋਜਨ ਵਿੱਚ ਬਦਲ ਦੇ। ਸਾਡੇ ਪ੍ਰਭੂ ਯੀਸ਼ੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਓ। ਅਸੀਂ ਆਪਣੇ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਇਹ ਸਹੀ ਸਹੀ ਅਤੇ ਅਤੇ ਯੋਗ ਯੋਗ ਹੈ। ਹੈ। ਹੈ ਪ੍ਰਭੂ ਪਵਿੱਤਰ ਬਾਪ, ਪੂਰੀ ਕੁਦਰਤ ਵਾਲੇ ਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਤੇ ਹਰ ਥਾਂ ਯੀਸ਼ੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਆਪਣੇ ਪਿਆਰੇ ਬੇਟੇ ਦੇ ਰਾਹੀਂ ਤੂੰ ਸਾਡੇ ਮਨੁੱਖੀ ਪਰਿਵਾਰ ਨੂੰ ਸਿਰਜਿਆ ਅਤੇ ਉਸ ਦੇ ਰਾਹੀਂ ਤੂੰ ਸਾਨੂੰ ਆਪਣੇ ਸਰੂਪ ਵਿੱਚ ਮੁੜ ਬਹਾਲ ਕੀਤਾ ਹੈ। ਇਸ ਲਈ ਇਹ ਤੇਰਾ ਹੱਕ ਹੈ ਕਿ ਸਾਰੀ ਸ੍ਰਿਸ਼ਟੀ ਤੇਰੀ ਆਗਿਆ ਦਾ ਪਾਲਨ ਕਰੇ ਅਤੇ ਸਾਰੀ ਕਲੀਸਿਆ ਧਰਤੀ ਉੱਤੇ ਤੇਰੀ ਉਸਤਤ ਕਰੇ ਅਤੇ ਸਵਰਗ ਵਿੱਚ ਸਾਰੇ ਸੰਤ ਤੇਰਾ ਧੰਨਵਾਦ ਕਰਨ। ਇਸ ਲਈ ਅਸੀਂ ਆਪਣੀ ਖੁਸ਼ੀ ਵਿੱਚ ਫਰਿਸ਼ਤਿਆਂ ਦੇ ਸੰਗੀਤੀ ਜੱਥਿਆਂ ਨਾਲ ਮਿਲ ਕੇ ਤੇਰੀ ਮਹਿਮਾ ਦੇ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ। पाक 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 खुदावन सदा पाक 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 खुदावन सदा खुदावन सदा लश्कराना खुदा खुदावन सदा लश्कराना खुदा आसमान तेरी वडियाइयां नाल भरे हने उच्चियां विचों होसना ज़मीन आसमान तेरी वडियाइयां नाल भरे हने उच्चियां विचों होसना 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 पाक 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 खुदावन सदा पाक 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 खुदावन सदा खुदावन सदा लश्कराना खुदा खुदावन सदा लश्कराना खुदा ओ तने खुदावन दे नाम दे उते जो आंदा है उच्चियां विचों होसना ओ तने खुदावन दे नाम दे उते जो आंदा है उच्चियां विचों होसना 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 पाक 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 खुदावन सदा पाक
ਹੈ ਪ੍ਰਭੂ, ਤੂੰ ਸੱਚਮੁੱਚ ਪਾਕ ਹੈ ਅਤੇ ਸਭ ਪਵਿੱਤਰਤਾ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰੇਲ ਪੈਂਦੀ ਹੈ, ਉਸੇ ਤਰ੍ਹਾਂ ਆਪਣੇ ਰੂਹ ਪਾਕ ਨੂੰ ਭੇਜ ਕੇ ਇਹਨਾਂ ਨਜ਼ਰਾਨਿਆਂ ਨੂੰ ਪਵਿੱਤਰ ਕਰ, ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸਨੇ ਆਪਣੀ ਮਰਜ਼ੀ ਦੇ ਨਾਲ ਆਪਣੇ ਆਪ ਨੂੰ ਦੁੱਖ ਤਸੀਹਾਂ ਦੇ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰਦਿਆਂ ਰੋਟੀ ਤੋੜੀ, ਆਪਣੇ ਚੇਲਿਆਂ ਨੂੰ ਦਿੱਤੀ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਖਾਓ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਦੇ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰੀ ਫਿਰ ਤੇਰਾ ਧੰਨਵਾਦ ਕੀਤਾ, ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ, ਇਹ ਕਹਿੰਦੇ ਹੋਏ, ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਪੀਓ, ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫੀ ਲਈ ਵਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਈਮਾਨ ਦੇ ਭੇਦ ਦਾ ਐਲਾਨ ਕਰੀਏ। ਮਸੀਹਾ ਮਰ ਗਿਆ, ਮਸੀਹਾ ਜੀ ਉਠਿਆ, ਮਸੀਹਾ ਮਹਿਮਾ ਦੇ ਨਾਲ ਫੇਰ ਆਵੇਗਾ। ਹੈ ਪ੍ਰਭੂ, ਅਸੀਂ ਯਿਸੂ ਮਸੀਹ ਦੀ ਮੌਤ ਤੇ ਉਸ ਦੇ ਜੀ ਉੱਠਣ ਦੀ ਯਾਦਗਿਰੀ ਨੂੰ ਮਨਾਉਂਦੇ ਹੋਏ ਤੈਨੂੰ ਜੀਵਨ ਦੀ ਰੋਟੀ, ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਕਿਉਂ ਜੋ ਤੂੰ ਸਾਨੂੰ ਇਸ ਯੋਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੇ ਦੁਆਰਾ ਅਸੀਂ ਰੂਹ ਪਾਕ ਦੇ ਰਾਹੀਂ ਏਕਤਾ ਦੇ ਵਿੱਚ ਬੱਝੇ ਰਹੀਏ। ਹੈ ਪ੍ਰਭੂ, ਸਾਰੀ ਧਰਤੀ 'ਤੇ ਫੈਲੀ ਆਪਣੀ ਕਲੀਸਿਆ ਨੂੰ ਯਾਦ ਕਰ, ਇਸ ਨੂੰ ਸਾਡੇ ਸੰਤ ਪਾਪਾ ਫਰਾਂਸਿਸ, ਸਾਡੇ ਬਿਸ਼ਪ ਫਰੈਂਕੋ ਅਤੇ ਅਗਨੈਲੋ ਅਤੇ ਸਾਰੇ ਪ੍ਰੋਹਿਤਾਂ ਦੇ ਨਾਲ ਪਿਆਰ ਦੀ ਸੰਪੂਰਨਤਾ ਦੇ ਵਿੱਚ ਕਾਇਮ ਰੱਖ। ਸਾਡੇ ਭੈਣ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜੀ ਉੱਠਣ ਦੀ ਉਮੀਦ ਨਾਲ ਸੌਂ ਗਏ ਹਨ, ਅਤੇ ਉਹਨਾਂ ਸਾਰਿਆਂ ਨੂੰ ਜੋ ਤੇਰੇ ਰਹਿਮ ਵਿੱਚ ਮਰ ਗਏ ਹਨ, ਇਹਨਾਂ ਨੂੰ ਆਪਣੀ ਹਜ਼ੂਰੀ ਦੇ ਚਾਨਣ ਵਿੱਚ ਸਵਾਗਤ ਕਰ। ਇਹ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਵੀ ਦਇਆ ਕਰ, ਤਾਂ ਜੋ ਧੰਨ ਕੁਆਰੀ ਮਰੀਅਮ ਖੁਦਾ ਦੀ ਮਾਂ ਦੇ ਨਾਲ, ਉਸ ਕੁਆਰੀ ਦੇ ਮੁਬਾਰਕ ਵਾਰਿਸ ਸੰਤ ਯੂਸਫ ਦੇ ਨਾਲ, ਸੰਤ ਬੋਨਾਵੈਂਚਰ ਅਤੇ ਸਾਰੇ ਰਸੂਲਾਂ ਨਾਲ, ਜਿਨ੍ਹਾਂ ਨੇ ਸਾਰੇ ਯੁੱਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਸਦੀਵੀ ਜੀਵਨ ਦੇ ਵਾਰਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸ ਦੇ ਰਾਹੀਂ ਅਤੇ ਉਸ ਦੇ ਨਾਲ ਅਤੇ ਉਸ ਦੇ ਵਿੱਚ, ਐ ਖੁਦਾ ਪੂਰੀ ਕੁਦਰਤ ਵਾਲੇ ਬਾਪ, ਰੂਹ ਪਾਕ ਦੀ ਏਕਤਾ ਦੇ ਵਿੱਚ ਸਭ ਜਲਾਲ ਤੇ ਵਡਿਆਈ ਤੇਰੀ ਹੀ ਹੈ, ਸਦਾ ਤੂੰ ਸਦਾ ਤੀਕ। ਆਮੀਨ। ਆ ਹੁਣ ਅਸੀਂ ਸਾਰੇ ਮਿਲ ਕੇ ਖੁਦਾ ਦਾ ਰਾਜ ਆਉਣ ਦੇ ਲਈ ਪ੍ਰਾਰਥਨਾ ਕਰੀਏ ਅਤੇ ਮਿਲ ਕੇ ਆਖੀਏ, ਸਾਡੇ ਬਾਪ ਜਿਹੜਾ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜੇ ਅਸਮਾਨ ਉੱਤੇ ਪੂਰੀ ਹੁੰਦੀ ਹੈ, ਜੇ ਜ਼ਮੀਨ ਉੱਤੇ ਵੀ ਹੋਵੇ। ਸਾਡੀ ਰੋਜ਼ੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ, ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ ਕਰਦੇ ਹਾਂ। ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ, ਸਗੋਂ ਬੁਰਾਈ ਤੋਂ ਬਚਾ। ਆਮੀਨ। ਹੈ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ, ਸਭ ਬੁਰਾਈਆਂ ਤੋਂ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹਾਂ ਤੋਂ ਮੁਕਤ ਰਹੀਏ, ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀ ਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ, ਕਿਉਂ ਜੋ ਰਾਜ, ਕੁਦਰਤ ਤੇ ਜਲਾਲ ਜੁਗੋ ਜੁਗ ਤੇਰਾ ਹੀ ਹੈ। ਐ ਪ੍ਰਭੂ ਯਿਸੂ ਮਸੀਹਾ, ਤੂੰ ਆਪਣੇ ਰਸੂਲਾਂ ਨੂੰ ਆਖਿਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ, ਸਗੋਂ ਆਪਣੀ ਕਲੀਸਿਆ ਦੇ ਈਮਾਨ ਨੂੰ ਵੇਖ ਅਤੇ ਇਸ ਨੂੰ ਆਪਣੀ ਮਰਜ਼ੀ ਮੁਤਾਬਕ
ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜਿਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕਰ। ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਆਓ ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦਈਏ। खुदा दे तू दुनिया दे गुनाह चुक ले जाता है। एले खुदा दे खुदा दे साडे उते दया करो। एले खुदा दे तू दुनिया दे गुनाह चुक ले जाता है। एले खुदा दे खुदा दे साडे उते दया करो। एले खुदा दे तू दुनिया दे गुनाह चुक ले जाता है। एले खुदा दे सानू शांति प्रदान करो। सानू शांति प्रदान करो। सानू शांति प्रदान करो। ਵੇਖੋ ਖੁਦਾ ਦਾ ਲੀਲਾ, ਇਹਨੂੰ ਵੇਖੋ ਜੋ ਦੁਨੀਆ ਦੇ ਗੁਨਾਹਾਂ ਨੂੰ ਚੁੱਕ ਲੈ ਜਾਂਦਾ ਹੈ। ਧੰਨ ਹਨ ਉਹ ਜੋ ਇਸ ਲੀਲੇ ਦੇ ਭੋਜ ਦੇ ਲਈ ਸੱਦੇ ਗਏ ਹਨ। ਐ ਪ੍ਰਭੂ ਮੈਂ ਇਸ ਯੋਗ ਤਾਂ ਨਹੀਂ ਹਾਂ ਕਿ ਤੂੰ ਮੇਰੀ ਛੱਤ ਥੱਲੇ ਆਵੇਂ, ਪਰ ਇੱਕ ਹੀ ਵਚਨ ਨਾਲ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ। सोने चांदी से भी ज्यादा कीमती तो, हीरे मोती से भी ज्यादा कीमती तो। सोने चांदी से भी ज्यादा कीमती तो, हीरे मोती से भी ज्यादा कीमती। मेरे खुदा तू है सब कुछ मेरा। मेरे खुदा तू है सब कुछ मेरा। सोने चांदी से भी ज्यादा कीमती तू, हीरे मोती से भी ज्यादा कीमती तो। सोने चांदी से भी ज्यादा कीमती तो, हीरे मोती से भी ज्यादा कीमती। मेरे खुदा तू है सब कुछ मेरा। मेरे खुदा तू है सब कुछ मेरा। तू कदूस है तू रहीम है, कोई तुझ सा ना। तू अजीम है तू कदूस है तू रहीम है, कोई तुझ सा ना। तू अजीम है। जिंदगी से भी ज्यादा कीमती तू, मेरी हर खुशी से ज्यादा कीमती तू। जिंदगी से भी ज्यादा कीमती तू, मेरी खुशी से ज्यादा कीमती।
मेरे खुदा तू है सब कुछ मेरा, मेरे खुदा तू है सब कुछ मेरा, मेरे खुदा तू है सब कुछ मेरा, मेरे खुदा तू है सब कुछ मेरा। ਅਸੀਂ ਪ੍ਰਾਰਥਨਾ ਕਰੀਏ। ਐ ਪ੍ਰਭੂ, ਆਪਣੇ ਅਲਤਾਰ ਤੋਂ ਤੂੰ ਸਾਨੂੰ ਰਜਾਇਆ ਹੈ, ਬਖਸ਼ ਦੇ ਕਿ ਇਹਨਾਂ ਪਾਕ ਭੇਦਾਂ ਵਿੱਚ ਹਿੱਸਾ ਲੈਣ ਦੇ ਰਾਹੀਂ ਤੇਰੀ ਨਿਜਾਤ ਦਾ ਕੰਮ ਸਾਡੇ ਜੀਵਨ ਵਿੱਚ ਹੋਰ ਜ਼ਿਆਦਾ ਅਸਰਦਾਇਕ ਹੋਵੇ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪੂਰੀ ਕੁਦਰਤ ਵਾਲਾ ਖੁਦਾ ਬਾਪ ਅਤੇ ਬੇਟਾ ਅਤੇ ਰੂਹ ਪਾਕ ਤੁਹਾਨੂੰ ਸਾਰਿਆਂ ਨੂੰ ਬਰਕਤ ਦੇਵੇ। ਆਮੀਨ। ਆਮੀਨ। ਕੁਰਬਾਨੀ ਚੜਾਈ ਜਾ ਚੁੱਕੀ ਹੈ, ਪ੍ਰਭੂ ਦੀ ਸ਼ਾਂਤੀ ਵਿੱਚ ਜਾਓ। ਖੁਦਾ ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ ਐ ਨਿਹਾਇਤ ਮਿਹਰਬਾਨ ਕੁਆਰੀ ਮਰੀਮ, ਭਈ ਇਹ ਕਦੇ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦਿਆਂ, ਤੇਰੀ ਮਦਦ ਚਾਹੁੰਦਿਆਂ, ਤੇਰੀ ਸਿਫਾਰਿਸ਼ ਮੰਗਦਿਆਂ ਤੇਥੋਂ ਖਾਲੀ ਗਿਆ ਹੋਵੇ। ਐ ਕੁਆਰੀ ਕੁਆਰੀਆਂ ਦੀ ਅਤੇ ਮੇਰੀ ਮਾਂ, ਇਸ ਤਸੱਲੀ ਨਾਲ ਮੈਂ ਤੇਰੇ ਕੋਲ ਨੱਸ ਕੇ ਆਉਂਦਾ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦਾ ਹਾਂ। ਐ ਦੇ ਤਾਰੀ ਹੋਏ ਕਲਾਮ ਦੀ ਮਾਂ, ਤੂੰ ਮੇਰੀਆਂ ਅਰਜ਼ਾਂ ਨੂੰ ਹਕੀਰ ਨਾ ਜਾਣ, ਸਗੋਂ ਮਿਹਰਬਾਨੀ ਨਾਲ ਸੁਣੀ ਅਤੇ ਕਬੂਲ ਕਰੀ। ਆਮੀਨ। ਸ਼ਾਂਤੀ ਦੀ ਰਾਣੀ ਕੁਆਰੀ ਮਾਂ ਮਰੀਮ, ਸਾਡੇ ਲਈ ਦੁਆ ਕਰ। ਸੰਤ ਬੋਨਾਵੈਂਚਰ, ਸਾਡੇ ਲਈ ਦੁਆ ਕਰ। रब दी होवे सना हमेशा, रब दी होवे सना, रब दी होवे सना हमेशा, रब दी होवे सना, रब दी होवे मधुशराई, रब दी होवे मधुशराई, उस दे नाम दी सना, उस दे नाम दी सना हमेशा, रब दी होवे सना, रब दी होवे सना हमेशा, रब दी होवे सना। रब दे घर विच होवे सिताई, रब दे घर विच होवे सिताई, उस दे नाम दी सना हमेशा, रब दी होवे सना, रब दी होवे सना हमेशा, रब दी होवे सना, रब दी होवे सना हमेशा, रब दी हो